हाँ जी बेटा, चैप्टर 9 पंजाब कविता बारे आपां इस दे प्रश्न उत्तर ते वाकां विच वरतों दी आपां रिवीजन करांगे। ठीक है, आपां ने कविता इस दी पहलां पढ़ी हुई है। पंजाब कविता विच कवि ने पंजाब दी भूगोलिक हालत नूं किवें बयान कीता है। कवि पंजाब दी भूगोलिक हालत नूं बयान करदिआं इस दा पौण पाणी, अपने पंजाब दा पौण पाणी, जंगल, इत्थों दे दरिया, पर्वत ते मैदानां दी सिफत करदा है। ओह पंजाब नूं एक राजे ते योधे नाल उपमा दिंदिआं मतलब ਉਹਦੀ ਪ੍ਰਸ਼ੰਸਾ ਕਰਦਿਆਂ ਕਹਿੰਦਾ ਹੈ ਕਿ ਉਸਦੇ ਸਿਰ ਉੱਤੇ ਹਿਮਾਲਾ ਦਾ ਛਤਰ ਹੈ। ਜਿਹੜਾ ਆਪਣਾ ਪੰਜਾਬ ਹੈ ਉਹਦੇ ਸਿਰ ਤੇ ਕੀ ਹੈ, ਹਿਮਾਲਾ ਦਾ ਛਤਰ ਹੈ। ਮਤਲਬ ਜਦੋਂ ਪੰਜਾਬ ਦਾ ਨਕਸ਼ਾ ਬਣਿਆ ਉਸ ਦੇ ਅਕੋਰਡਿੰਗ ਇਸ ਨੂੰ ਦੇਖਿਓ ਤੁਸੀਂ। ਪੰਜਾਬ ਦੇ ਖੱਬੇ ਹੱਥ ਵਿੱਚ ਜਮਨਾ ਰੂਪੀ ਬਰਛੀ ਹੈ ਤੇ ਸੱਜੇ ਹੱਥ ਵਿੱਚ ਅਟਕ ਰੂਪੀ ਖੜਗ ਹੈ। ਠੀਕ ਹੈ, ਖੱਬੇ ਹੱਥ ਦੇ ਵਿੱਚ ਜਮਨਾ ਹੈ, ਖੱਬੇ ਹੱਥ ਸਾਈਡ ਪੰਜਾਬ ਦੇ ਨਕਸ਼ੇ ਦੇ ਵਿੱਚ ਖੱਬੇ ਹੱਥ ਸਾਈਡ ਹੈ ਜਿਹੜਾ ਉਹ ਜਮਨਾ ਦਰਿਆ ਹੈ ਤੇ ਸੱਜੇ ਦੇ ਅਟਕ। ਉਸ ਦੇ ਪਿਛਵਾੜੇ ਪਿੱਛੋਂ ਦੇ ਚਟਾਨਾਂ ਦੀਆਂ ਢਾਲਾਂ ਹੈ, ਢਾਲਾਂ ਬਣੀਆਂ ਹੋਈਆਂ ਨੇ, ਢਾਲਾਂ ਨੇ। ਠੀਕ ਹੈ, ਪੰਜਾਬ ਦੇ ਨਕਸ਼ੇ ਦੇ ਅਕੋਰਡਿੰਗ। ਅਤੇ ਉਸਦੇ ਮੋਢੇ ਉੱਤੇ, ਉਸਦੇ ਸਾਈਡਾਂ ਦੇ ਮੋਢਿਆਂ ਉੱਤੇ ਬਰਫ਼ ਦੀ ਚਾਦਰ ਹੈ, ਪਰ ਸੀਨੇ ਵਿੱਚ ਅੱਗ ਦਾ ਸੇਕ ਹੈ। ਉਸਦੇ ਪਹਾੜਾਂ ਉੱਪਰ ਪੈਂਦੀ ਚਾਂਦੀ ਰੰਗੀ ਬਰਫ਼ ਪਿਘਲ ਕੇ ਮੈਦਾਨਾਂ ਵਿੱਚ ਫਸਲਾਂ ਰੂਪ ਸੋਨਾ ਪੈਦਾ ਕਰਦੀ ਹੈ। ਜਦੋਂ ਬਰਫ਼ ਪਿਘਲਦੀ ਹੈ ਤਾਂ ਪਾਣੀ ਮੈਦਾਨਾਂ ਦੇ ਵਿੱਚ ਆਉਂਦਾ ਹੈ ਤੇ ਫਸਲਾਂ ਦੇ ਵਿੱਚ ਪੈਂਦਾ ਹੈ। ਇਸ ਤਰ੍ਹਾਂ ਜਦੋਂ ਫਸਲ ਪੱਕ ਜਾਂਦੀ ਹੈ ਫਿਰ ਕੀ ਹੈ, ਸੋਨੇ ਦੀ ਤਰ੍ਹਾਂ ਚਮਕਦੀ ਹੈ ਤੇ ਜਦੋਂ ਆਪਾਂ ਉਸ ਨੂੰ ਫਿਰ ਉਸਦੀ ਮੰਡੀਆਂ ਦੇ ਵਿੱਚ ਵਿਕਰੀ ਹੁੰਦੀ ਹੈ ਤਾਂ ਉਹ ਸੋਨਾ ਪੈਦਾ ਕਰਦੇ ਆ, ਭਾਵ ਪੈਸਾ ਦਿੰਦੇ, ਸੋਨੇ ਦੀ ਤਰ੍ਹਾਂ ਚਮਕਦੇ ਹੋ। ਇਸ ਦਾ ਪੌਣ ਪਾਣੀ ਮੋਹਿਤ ਦਿਲ ਹੈ। ਕਵੀ ਪੰਜਾਬ ਦੀਆਂ ਮੁਟਿਆਰਾਂ ਦੀ ਸਿਫਤ ਕਿਵੇਂ ਕਰਦਾ ਹੈ। ਪੰਜਾਬ ਦੀਆਂ ਮੁਟਿਆਰਾਂ ਬਹੁਤ ਸੁੰਦਰ ਹਨ, ਉਹਨਾਂ ਦੇ ਨੈਣ ਮਟਕੀਲੇ ਅਤੇ ਚੂੜੇ ਬੀੜੇ। ਪੰਜਾਬ ਦੀਆਂ ਮੁਟਿਆਰਾਂ ਬਹੁਤ ਸੁੰਦਰ ਹਨ, ਉਹਨਾਂ ਦੇ ਨੈਣ ਮਟਕੀਲੇ ਅਤੇ ਚੂੜੇ ਬੀੜੇ ਪਹਿਨਦੀਆਂ ਹਨ ਉਹ, ਜੋ ਉਹਨਾਂ ਨੂੰ ਬਹੁਤ ਫੱਬਦੇ ਨੇ, ਮਤਲਬ ਸੋਹਣੇ ਲੱਗਦੇ ਹਨ। ਉਹ ਹਰ ਵੇਲੇ ਕਿਸੇ ਨਾ ਕਿਸੇ ਕੰਮ ਵਿੱਚ ਰੁੱਝੀਆਂ ਰਹਿੰਦੀਆਂ ਹਨ। ਘਰ ਦੇ ਕੋਈ ਨਾ ਕੋਈ ਕੰਮ ਕਰਦੇ ਰਹਿੰਦੇ ਨੇ, ਕਢਾਈ ਦਾ, ਬੁਣਾਈ ਦਾ ਜਾਂ ਘਰ ਦੇ ਕੰਮਕਾਰ। ਉਹ ਪਿੱਪਲਾਂ ਹੇਠ ਖੂਬ ਪੀਂਘਾਂ ਝੂਟਦੀਆਂ ਹਨ। ਘਰੇਲੂ ਕੰਮਕਾਜ ਕਰਦੀਆਂ ਪੰਜਾਬਣਾਂ ਦਾ ਦ੍ਰਿਸ਼ ਵਰਣਨ ਕਿਵੇਂ ਕੀਤਾ ਗਿਆ ਹੈ। ਪੰਜਾਬਣਾਂ ਘਰਾਂ ਵਿੱਚ ਦੁੱਧ ਰਿੜਕਦੀਆਂ, ਨੱਚਦੀਆਂ, ਕੱਤਦੀਆਂ, ਤੁੰਬਦੀਆਂ, ਆਟਾ ਪੀਂਦੀਆਂ, ਚੌਲ ਛੱਡਦੀਆਂ ਮਤਲਬ ਚੌਲ ਛੰਡਦੀਆਂ, ਸਿਉਂਦੀਆਂ, ਪਰੋਂਦੀਆਂ ਤੇ ਵੇਲਾਂ ਬੂਟੇ ਕੱਢਦੀਆਂ ਹਨ। ਵਿਹਲੇ ਸਮੇਂ ਵਿੱਚ ਪੰਜਾਬੀ ਆਪਣਾ ਮਨੋਰੰਜਨ ਕਿਵੇਂ ਕਰਦੇ ਹਨ। ਵਿਹਲੇ ਸਮੇਂ ਵਿੱਚ ਪੰਜਾਬਣਾਂ ਗਿੱਧਾ ਪਾਉਂਦੀਆਂ ਹਨ, ਗੱਭਰੂ ਬੰਜਲੀਆਂ ਤੇ ਤੁੰਬੇ ਆਦਿ ਵਜਾਉਂਦੇ ਹਨ। ਕੋਈ ਮਿਰਜ਼ਾ ਗਾਉਂਦਾ ਹੈ ਤੇ ਕੋਈ ਵਾਰਿਸ ਸ਼ਾਹ ਦੀ ਹੀਰ। ਨੈਕਸਟ ਹੈਗੇ ਨੇ ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਬਰਕਤ, ਬਰਕਤ ਕੀ ਹੁੰਦਾ, ਵਾਧਾ। ਸਰਫਾ ਕਰਕੇ ਖਰਚ ਕੀਤਿਆਂ ਹੀ ਘਰ ਵਿੱਚ ਬਰਕਤ ਪੈਂਦੀ ਹੈ, ਮਤਲਬ ਬੱਚਤ ਕਰਕੇ ਹੀ ਘਰ ਦੇ ਵਿੱਚ ਜੇਕਰ ਖਰਚ ਕੀਤਾ ਜਾਵੇ ਤਾਂ ਘਰ ਦੇ ਵਿੱਚ ਬਰਕਤ ਰਹਿੰਦੀ ਹੈ। ਨਿਰਾਲੀ, ਅਨੋਖੀ, ਆਪਣੀ ਕਿਸਮ ਦੀ। ਤਾਜ ਮਹਿਲ ਨਿਰਾਲੀ ਕਿਸਮ ਦਾ ਹੈ, ਦੀ ਸ਼ਾਨ ਹੈ ਜਾਂ ਨਿਰਾਲੀ ਹੈ। ਹਿੰਮਤ, ਹੌਸਲਾ, ਬੰਦੇ ਨੂੰ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ। ਪ੍ਰਸ਼ੰਸਾ, ਸਿਫਤ। ਇਸ ਕਵਿਤਾ ਵਿੱਚ ਕਵੀ ਪੰਜਾਬ ਦੀਆਂ ਸਿਫਤਾਂ ਕਰਦਾ ਹੈ। ਸੁਰ, ਤਾਲ, ਸੰਗੀਤਕ ਲੈ। ਇੱਥੇ ਆੜਾ ਆ ਜਾਏਗਾ ਬੇਟਾ। ਗਾਇਕ ਬੜੇ ਸੁਰ ਤਾਲ ਵਿੱਚ ਗਾ ਰਿਹਾ ਸੀ। ਜ਼ਰੇ ਜ਼ਰੇ, ਕਿਣਕੇ ਕਿਣਕੇ, ਮੈਨੂੰ ਆਪਣੀ ਮਾਤ ਭੂਮੀ ਦੇ ਜ਼ਰੇ ਜ਼ਰੇ ਨਾਲ ਪਿਆਰ ਹੈ। ਪਿਆਰਾ, ਵੱਖਰੀ ਕਿਸਮ ਦਾ, ਅਲੱਗ। ਤੇਰੇ ਕੰਮ ਤਾਂ ਨਿਆਰੇ ਹੀ ਹਨ, ਸਮਝ ਨਹੀਂ ਆਉਂਦੀ ਕਿ ਤੂੰ ਕੀ ਚਾਹੁੰਦਾ ਹੈ। ਪੰਜਾਬ ਕਵਿਤਾ ਵਿੱਚ ਆਏ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਸ਼ਬਦਾਂ ਦੀ ਸੂਚੀ ਬਣਾਓ। ਤੁਹਾਨੂੰ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਵੀ ਪੰਜਾਬ ਕਵਿਤਾ ਦੇ ਵਿੱਚ ਜਿਹੜੀ ਕਵਿਤਾ ਆਪਾਂ ਨੇ ਪੜ੍ਹੀ ਹੈ ਪਹਿਲਾਂ, ਠੀਕ ਹੈ, ਇਸ ਦੇ ਵਿੱਚ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਕੁਝ ਸ਼ਬਦ ਆਏ ਨੇ, ਉਹਨਾਂ ਦੀ ਤੁਸੀਂ ਸੂਚੀ ਬਣਾਓ। ਤੁਸੀਂ ਨੇ ਲਿਖਣੇ ਨੇ, ਤਾਂ ਤੁਸੀਂ ਜੇ ਕਵਿਤਾ ਪੜ੍ਹੀ ਹੋਗੀ ਤੁਹਾਨੂੰ ਤਾਂ ਪਤਾ ਲੱਗੇਗਾ ਇਹ, ਠੀਕ ਹੈ, ਵੀ ਕਿਹੜੇ ਕਿਹੜੇ ਸ਼ਬਦ ਵਰਤੇ ਗਏ ਨੇ ਸਾਡੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ। ਚੂੜੇ ਬੀੜੇ, ਠੀਕ ਹੈ, ਬੀੜੇ ਹੁੰਦੇ ਨੇ, ਬਟਨ ਕਿਹਾ ਜਾਂਦਾ ਹੈ, ਠੀਕ ਹੈ। ਮਧਾਣੀ, ਚਾਟੀ ਵਿੱਚ, ਤੁੰਬਦੀ, ਕੱਤਦੀ, ਪੀਂਦੀ, ਛੱਡਦੀ ਮਤਲਬ ਛੰਡਦੀ, ਸਿਉਂਦੀ, ਪਰੋਂਦੀ, ਵੇਲਾਂ ਬੂਟੇ ਕੱਢਦੀ, ਪਿੱਪਲਾਂ ਦੀ ਛਾਵੇਂ ਪੀਂਘਾਂ, ਗਿੱਧੇ ਨੂੰ ਲੋਹੜਾ ਆਉਂਦਾ, ਵੰਜਲੀ, ਤੁੰਬਾ, ਮਿਰਜ਼ਾ, ਹੀਰ, ਵਾਰਿਸ ਸ਼ਾਹ। ਖੂਹਾਂ ਤੇ ਟਿਚ ਟਿਚ, ਜਦੋਂ ਖੂਹ ਚੱਲਦੇ ਨੇ ਟਿਚ ਟਿਚ ਦੀ ਆਵਾਜ਼ ਆਉਂਦੀ ਹੈ। ਖੇਤਾਂ ਵਿੱਚ ਹਲ ਪਏ ਧੱਸਦੇ, ਭੱਤੇ ਛਾਹ ਵੇਲੇ ਢੁਕਦੇ। ਭੱਤੇ ਮਤਲਬ ਜਿਹੜੇ ਰੋਟੀ ਪਾਣੀ, ਚਾਹ ਰੋਟੀ ਲੈ ਕੇ ਜਾਂਦੇ ਨੇ ਖੇਤ ਦੇ ਵਿੱਚ ਮਜ਼ਦੂਰਾਂ ਦੇ ਲਈ। ਛਾਹ ਵੇਲੇ ਮਤਲਬ ਸ਼ਾਮ ਵੇਲੇ ਢੁਕਦੇ। ਹਾਲੀ, ਹਲ ਵਾਹੁਣ ਵਾਲੇ। ਮਾਖਿਓ, ਮਿੱਠੀ ਮਤਲਬ ਸ਼ਹਿਦ ਤੋਂ ਵੀ ਮਿੱਠੀ ਬੋਲੀ। ਇਹ ਸਾਰੇ ਸ਼ਬਦ ਨੇ ਜਿਹੜੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਨੇ, ਜੋ ਸਾਡੀ ਪੰਜਾਬ ਕਵਿਤਾ ਦੇ ਵਿੱਚ ਵਰਤੇ ਗਏ ਨੇ। ਇਸ ਦੇ ਭਾਵ ਅਰਥ ਸਪਸ਼ਟ ਬੇਟਾ ਤੁਹਾਨੂੰ ਪਹਿਲਾਂ ਕਰਵਾਤੇ ਪਿਛਲੀਆਂ ਵੀਡੀਓ ਦੇ ਵਿੱਚ, ਠੀਕ ਹੈ। ਤੁਸੀਂ ਨੇ ਇਹ ਚੈਪਟਰ ਜਿਹੜੇ ਕੰਪਲੀਟ ਯਾਦ ਕਰਨਾ ਹੈ। ਹਾਂਜੀ ਬੇਟਾ, ਚੈਪਟਰ 7 ਗੁਰਮੁਖ ਸਿੰਘ ਮੁਸਾਫਰ, ਇਹਨਾਂ ਦੇ ਕਵਿਤਾਵਾਂ ਨੇ ਦੋ ਕੀੜੀ ਅਤੇ ਅਰਦਾਸ ਆਪਣੀ ਜੋ ਸਾਹਿਤਮਾਲਾ ਦੀ ਬੁੱਕ ਦੇ ਵਿੱਚ ਲਿਖੀਆਂ ਹੋਈਆਂ ਨੇ। ਹੁਣ ਆਪਾਂ ਇਸ ਦੇ ਪ੍ਰਸ਼ਨ ਉੱਤਰ
ਕੇਂਦਰੀ ਭਾਵ ਤੇ ਵਸਤੂਨਿਸ਼ਟ ਪ੍ਰਸ਼ਨ ਵੀ ਕਰਾਂਗੇ। ਠੀਕ ਹੈ, ਰਿਵੀਜ਼ਨ ਕਰਾਂਗੇ ਆਪਾਂ ਉਹਨਾਂ ਦੀ। ਸਭ ਤੋਂ ਪਹਿਲਾਂ ਜੇ ਤੁਹਾਨੂੰ ਕਵਿਤਾ ਨੂੰ ਪੜਿਆ ਹੋਵੇਗਾ ਤਾਂ ਹੀ ਤੁਸੀਂ ਪ੍ਰਸ਼ਨ ਉੱਤਰ ਤੇ ਕੇਂਦਰੀ ਭਾਵ ਰਾਈਟ ਕਰ ਸਕਦੇ ਹੋ। ਠੀਕ ਹੈ, ਕਿਹੜੀ ਕਵਿਤਾ ਰਾਹੀਂ ਕਵੀ ਆਪਣੇ ਪਾਠਕਾਂ ਨੂੰ ਕੀ ਸੁਨੇਹਾ ਦਿੰਦਾ ਹੈ, ਆਪਣੇ ਸ਼ਬਦਾਂ ਦੇ ਵਿੱਚ ਲਿਖਣਾ ਹੈ। ਜੇ ਆਪਾਂ ਨੇ ਕਵਿਤਾ ਨੂੰ ਪੜਿਆ ਹੋਵੇਗਾ ਤਾਂ ਹੀ ਆਪਾਂ ਆਨਸਰ ਰਾਈਟ ਕਰ ਸਕਦੇ ਹਾਂ। ਕਿਹੜੀ ਕਵਿਤਾ ਰਾਹੀਂ ਗੁਰਮੁਖ ਸਿੰਘ ਮੁਸਾਫਰ ਆਪਣੇ ਪਾਠਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਸਾਨੂੰ ਹਿੰਮਤ, ਲਗਨ ਅਤੇ ਹੌਸਲੇ ਨਾਲ ਕੰਮ ਕਰਨਾ ਚਾਹੀਦਾ ਹੈ। ਜਿਸ ਤਰ੍ਹਾਂ ਕੀੜੀ ਹੌਲੀ-ਹੌਲੀ ਤੁਰਦੀ ਹੋਈ ਹੌਸਲੇ ਨਾਲ ਲਗਾਤਾਰ ਕੰਮ ਵਿੱਚ ਲੱਗੀ ਰਹਿੰਦੀ ਹੈ, ਉਸੇ ਤਰ੍ਹਾਂ ਹੀ ਸਭ ਨੂੰ ਲਗਨ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਆਪਣੀ ਮੰਜ਼ਿਲ ਆਪੇ ਹੀ ਮਿਲ ਜਾਂਦੀ ਹੈ। ਆਪਣੀ ਮੰਜ਼ਿਲ ਦੇ ਵੱਲ ਵੱਧਦੇ ਜਾਣਾ ਚਾਹੀਦਾ, ਸਾਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ। ਅਰਦਾਸ ਕਵਿਤਾ ਦਾ ਕੇਂਦਰੀ ਭਾਵ ਲਿਖੋ। ਇਸ ਕਵਿਤਾ ਵਿੱਚ ਕਵੀ ਪਰਮਾਤਮਾ ਅੱਗੇ ਆਪਣਾ ਸਭ ਕੁਝ ਤਿਆਗ ਕੇ ਪਰਮਾਤਮਾ ਪਾਸੋਂ ਦੇਸ਼ ਭਗਤੀ ਦੀ ਬਖਸ਼ ਭਾਵ ਵਤਨ ਦੇ ਪਿਆਰ ਦੀ ਦਾਤ ਮੰਗਦਾ ਹੈ। ਅਰਦਾਸ ਕਵਿਤਾ ਦੇ ਵਿੱਚ ਅਰਦਾਸ ਕਵਿਤਾ ਵਿੱਚ ਕਵੀ ਕਿਸ ਚੀਜ਼ ਦੀ ਮੰਗ ਕਰਦਾ ਹੈ? ਅਰਦਾਸ ਕਵਿਤਾ ਵਿੱਚ ਕਵੀ ਰੱਬ ਕੋਲੋਂ ਦੇਸ਼ ਪਿਆਰ ਦੀ ਦੌਲਤ ਦੀ ਮੰਗ ਕਰਦਾ ਹੈ। ਇਸ ਦੇ ਬਦਲੇ ਉਹ ਆਪਣਾ ਸਾਰਾ ਜੀਵਨ ਮਾਨ ਸਨਮਾਨ ਕੁਰਬਾਨ ਕਰਨ ਲਈ ਤਿਆਰ ਰਹਿੰਦਾ ਹੈ। ਠੀਕ ਹੈ, ਵਸਤੂਨਿਸ਼ਟ ਪ੍ਰਸ਼ਨ ਉੱਤਰ। ਕਿਹੜੀ ਕਵਿਤਾ ਕਿਸ ਕਵੀ ਦੀ ਰਚਨਾ ਹੈ? ਗੁਰਮੁਖ ਸਿੰਘ ਮੁਸਾਫਰ ਦੀ। ਜਦੋਂ ਕਿਸੇ ਭੌਰੇ ਦੀ ਖਬਰ ਕੀੜੀ ਨੂੰ ਮਿਲਦੀ ਹੈ, ਉਹ ਕੀ ਕਰਦੀ ਹੈ? ਭੌਰੇ ਦੀ ਮਤਲਬ ਕਿਸੇ ਥੋੜੇ ਜਿਹੇ ਕਿਣਕੇ ਦਾਣੇ ਦੀ ਖਬਰ ਮਿਲਦੀ ਹੈ ਤਾਂ ਉਹ ਕੀ ਕਰਦੀ ਹੈ? ਤਾਂ ਇੱਕ ਦੂਜੀ ਨੂੰ ਖਬਰ ਪਹੁੰਚਾਉਂਦੀਆਂ। ਦੇਖੋ, ਜਦੋਂ ਕਿਸੇ ਕੀੜੀ ਨੂੰ ਕੋਈ ਥੋੜਾ ਦਾ ਵੀ ਭੋਜਨ ਮਿਲ ਜੇ, ਕੋਈ ਕੁਝ ਵੀ ਮਿਲ ਜੇ, ਠੀਕ ਹੈ, ਤਾਂ ਉਹ ਦੂਜੀਆਂ ਕੀੜੀਆਂ ਨੂੰ ਵੀ ਉਹ ਖਬਰ ਕਰ ਦਿੰਦੀ, ਉਹਨਾਂ ਨੂੰ ਵੀ ਬੁਲਾਉਂਦੇ। ਤਾਂ ਸਾਰੀਆਂ ਕੀੜੀਆਂ ਨੇ ਜਿਹੜੇ ਲਾਈਨ ਵਾਈਜ਼ ਆ ਕੇ ਉਹ ਭੋਜਨ ਤੱਕ, ਉਹ ਕਿਣਕੇ ਤੱਕ ਪਹੁੰਚ ਜਾਂਦੀਆਂ ਨੇ। ਕੀੜੀ ਆਪਣੀ ਧੁਨ ਅਤੇ ਮਸਤੀ ਵਿੱਚ ਕਿਸ ਨੂੰ ਨਹੀਂ ਛੱਡਦੀ, ਉਦਮ ਕਰਨ ਨੂੰ, ਮਤਲਬ ਮਿਹਨਤ ਕਰਨ ਨੂੰ, ਲਗਨ ਦੇ ਨਾਲ ਉਹ ਆਪਣਾ ਕੰਮ ਕਰਦੀ ਰਹਿੰਦੀ ਹੈ। ਕੀੜੀ ਕਿਸ ਰੁੱਤ ਲਈ ਅੰਨ ਇਕੱਠਾ ਕਰਨ ਵਿੱਚ ਰੁੱਝੀ ਰਹਿੰਦੀ ਹੈ? ਸਰਦੀ ਦੀ ਰੁੱਤ ਦੇ ਵਿੱਚ। ਠੀਕ ਹੈ, ਕੌਣ ਆਪਣੀ ਤੋਰ ਨਹੀਂ ਛੱਡਦੇ ਅਤੇ ਕਾਲੇ ਨਹੀਂ ਪੈਂਦੇ, ਧੁੰਦੇ ਪੱਕੇ ਅਤੇ ਧੀਰਜ ਵਾਲੇ। ਨਦੀਆਂ ਆਪਣੀ ਕਿਸ ਤਰ੍ਹਾਂ ਚਾਲ ਚੱਲਦੀਆਂ ਹਨ? ਗੰਭੀਰ ਰੂਪ ਦੇ ਵਿੱਚ। ਥੰਮਣਾ ਅਤੇ ਰੁਕਣਾ ਕਿਸ ਦੀ ਨਿਸ਼ਾਨੀ ਹੈ? ਮੌਤ ਦੀ। ਇਕੱਠਿਆਂ ਮਿਲ ਕੇ ਕੀਤੇ ਹੋਏ ਕੰਮ ਨੂੰ ਕੀ ਕਹਿੰਦੇ ਹਨ? ਜਥੇਬੰਦੀ। ਗੁਰਮੁਖ ਸਿੰਘ ਮੁਸਾਫਰ ਦੀ ਕਿਸੇ ਇੱਕ ਕਵਿਤਾ ਦਾ ਨਾਂ ਲਿਖੋ। ਕਿਹੜੀ ਕਵਿਤਾ ਵੀ ਹੈ ਤੇ ਅਰਦਾਸ ਕਵਿਤਾ ਵੀ ਹੈ। ਕਵਿਤਾ ਅਰਦਾਸ ਵਿੱਚ ਖਸ ਲੈ ਸ਼ਬਦ ਤੋਂ ਤੁਹਾਡਾ ਕੀ ਭਾਵ ਹੈ? ਭਾਵ ਖੋਹ ਲੈ। ਇਹ ਅਰਦਾਸ ਕਵਿਤਾ ਦੇ ਵਿੱਚ ਸ਼ਬਦ ਆਇਆ ਹੈ ਖਸ ਲੈ, ਵੀ ਮੇਰੇ ਤੋਂ ਸਭ ਕੁਝ ਖਸ ਲੈ, ਖੋਹ ਲੈ ਪਰਮਾਤਮਾ, ਪਰ ਮੈਨੂੰ ਦੇਸ਼ ਪਿਆਰ ਦਾ ਜਿਹੜਾ ਕੌਮ ਦਾ ਪਿਆਰ ਹੈ ਉਹ ਮੈਨੂੰ ਬਖਸ਼ ਦੇ, ਦੇਸ਼ ਦਾ ਪਿਆਰ ਬਖਸ਼ ਦੇ। ਠੀਕ ਹੈ, ਜਿਗਰ ਦਾ ਲਹੂ ਸਿੰਜ ਕੇ ਕਵੀ ਕਿਸ ਨੂੰ ਪਾਲਿਆ? ਕਵੀ ਨੇ ਕਿਸ ਨੂੰ ਪਾਲਿਆ ਹੈ? ਦਿਲ ਵਿੱਚ ਚਾਅ ਨੂੰ। ਪਰਮਾਤਮਾ ਦੁਆਰਾ ਸਾਜਿਆ ਹੋਇਆ ਸੰਸਾਰ ਕਵੀ ਨੂੰ ਕਿਸ ਤਰ੍ਹਾਂ ਪ੍ਰਤੀਤ ਹੁੰਦਾ ਹੈ? ਸਵਰਗ ਵਰਗਾ। ਇਹ ਮਨੁੱਖਾ ਜਨਮ ਕਿਸ ਤੋਂ ਵਧੇਰੇ ਉੱਤਮ ਮੰਨਿਆ ਜਾਂਦਾ ਹੈ? 84 ਲੱਖ ਜੂਨਾਂ ਤੋਂ। ਮੋਹ ਦੀਆਂ ਕੜੀਆਂ ਵਿੱਚ ਵੱਜੀ ਹੋਈ ਇਹ ਲੰਮੀ ਉਮਰ ਕਿਸ ਵਾਂਗ ਪ੍ਰਤੀਤ ਹੁੰਦੀ ਹੈ? ਕੈਦ ਵਾਂਗ। ਕਵੀ ਪਰਮਾਤਮਾ ਪਾਸੋਂ ਕਿਹੜੀ ਦੌਲਤ ਦੀ ਮੰਗ ਕਰਦਾ ਹੈ? ਵਤਨ ਦੇ ਪਿਆਰ ਦੀ ਦੌਲਤ ਦੀ ਮੰਗ ਕਰਦਾ ਹੈ।